Good morning students. Hope you are doing your best. Students, ਅੱਜ ਸਾਡਾ ਟੌਪਿਕ ਆ ਬੇਸਿਕ ਪ੍ਰਿੰਸੀਪਲਸ ਆਫ ਕਲਾਸੀਕਲ ਲਿਬਰਲਿਜ਼ਮ, ਪਰੰਪਰਾਵਾਦੀ ਉਦਾਰਵਾਦ ਦੇ ਮੂਲ ਸਿਧਾਂਤ। ਸਟੂਡੈਂਟਸ, ਅਸੀਂ ਕਰ ਚੁੱਕੇ ਹਾਂ ਉਦਾਰਵਾਦ ਕੀ ਹੈ, ਇਸ ਦਾ ਓਰੀਜਨ ਕਿੱਥੋਂ ਹੋਇਆ, ਮੀਨਿੰਗ ਕੀ ਹੈ, ਡੈਫੀਨੇਸ਼ਨਸ ਤੇ ਸਪੋਰਟਰਸ ਪਹਿਲੇ ਪਾਰਟ ਵਿੱਚ। ਹੁਣ ਅਸੀਂ ਇਹਦਾ ਸੈਕਿੰਡ ਪਾਰਟ ਲਿਆ ਹੈ ਕਿ ਪਰੰਪਰਾਵਾਦੀ ਜਿਹੜਾ ਇਹਦਾ ਪਹਿਲਾ ਰੂਪ ਹੈ ਪਰੰਪਰਾਵਾਦੀ ਉਦਾਰਵਾਦ, ਉਹ ਕੀ ਹੈ। ਲੈਸਨ ਤੋਂ ਪਹਿਲਾਂ ਬੱਚਿਓ ਮੈਂ ਤੁਹਾਨੂੰ ਨੋਟ ਕਰਾਉਣਾ ਚਾਹੁੰਦੀ ਹਾਂ ਕਿ ਜਦੋਂ ਵੀ ਲੈਸਨ ਤੁਸੀਂ ਵਾਚ ਕਰਨਾ ਹੈ ਆਪਣੀ ਕਾਪੀ ਪੈਨਸਲ ਜ਼ਰੂਰ ਲੈ ਕੇ ਬੈਠਣਾ ਹੈ। ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ 20 ਮਾਰਕਸ ਦਾ ਆਬਜੈਕਟਿਵ ਟਾਈਪ ਹੈ, ਸੋ ਹੁਣ ਜਿਹੜੀ ਸਟੱਡੀ ਦੀ ਡੈਪਥ ਹੈ ਉਹ ਵਧਣੀ ਹੈ। ਬਹੁਤ ਵਧੀਆ ਹੋਇਆ ਹੈ ਕਿ ਸਾਡੇ ਪੇਪਰ ਦਾ ਹੁਣ ਮਾਰਕਸ ਜਿਹੜੇ ਬੱਚਿਆਂ ਦੇ ਉਹਨਾਂ ਦਾ ਸਕੋਰ ਜ਼ਿਆਦਾ ਅੱਛਾ ਹੋਏਗਾ। ਸੋ ਜਦੋਂ ਵੀ ਤੁਸੀਂ ਵਾਚ ਕਰਦੇ ਹੋ ਲੈਸਨ ਦੇ ਵਿੱਚ ਸਾਰੇ ਪੁਆਇੰਟਸ ਜਿਹੜੇ ਨੇ ਉਹ ਨੋਟ ਕਰਨੇ ਕਿ ਤੁਹਾਡੇ ਜਿਹੜੇ ਆਬਜੈਕਟਿਵ ਟਾਈਪ ਕੁਐਸਚਨਸ ਆ 2 ਮਾਰਕਸ ਕੁਐਸਚਨ ਆ 4 ਮਾਰਕਸ ਕੁਐਸਚਨ ਆ ਉਹ ਮਿਸ ਨਾ ਹੋਣ। ਸੋ ਸਟੂਡੈਂਟਸ, ਅੱਗੇ ਵਧਦੇ ਹਾਂ, ਡਿਸਕਸ ਕਰਦੇ ਹਾਂ ਕਿ ਪਰੰਪਰਾਵਾਦੀ ਉਦਾਰਵਾਦ ਦੇ ਸਪੋਰਟਰਸ ਜਿਹੜੇ ਨੇ ਕਿਹੜੇ ਸਿਧਾਂਤ ਜਿਹੜੇ ਨੇ ਉਹ ਸਾਨੂੰ ਦੱਸਦੇ ਹਨ। ਸਭ ਤੋਂ ਪਹਿਲਾਂ ਸਟੂਡੈਂਟਸ, ਉਦਾਰਵਾਦ ਦਾ ਅਰਥ ਤੇ ਉਤਪਤੀ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਬੱਚਿਓ ਪਹਿਲੇ ਪਾਰਟ ਵਿੱਚ ਕਿ ਉਦਾਰਵਾਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਤੀਨੀ ਭਾਸ਼ਾ ਤੋਂ ਲਿਆ ਗਿਆ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਔਰ ਕਿਹਦੇ ਤੋਂ ਲਿਆ ਗਿਆ ਹੈ? ਲੈਟਿਨ ਵਰਡ ਤੋਂ ਲਿਆ ਗਿਆ ਹੈ, ਲਤੀਨੀ ਭਾਸ਼ਾ ਤੋਂ, ਜਿਸ ਦਾ ਮਤਲਬ ਹੈ ਲਿਬਰਲਿਸ। ਲਿਬਰਲਸ ਦਾ ਮਤਲਬ ਕੀ ਹੈ? ਸੁਤੰਤਰ ਵਿਅਕਤੀ। ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸੋ ਲਿਬਰਲਿਜ਼ਮ ਦੇ ਸਿਧਾਂਤ ਦਾ ਕੇਂਦਰ ਬਿੰਦੂ ਮਨੁੱਖ ਨੂੰ ਮੰਨਿਆ ਗਿਆ ਹੈ ਤੇ ਉਦਾਰਵਾਦੀ ਸਕਾਲਰਸ ਕਹਿੰਦੇ ਹਨ ਕਿ ਮਨੁੱਖ ਦੀ ਸੁਤੰਤਰਤਾ ਬਹੁਤ ਜ਼ਰੂਰੀ ਹੈ, ਤਾਂ ਹੀ ਉਸ ਦਾ ਸਰਬਪੱਖੀ ਵਿਕਾਸ ਜਿਹੜਾ ਹੈ ਉਹ ਹੋ ਸਕਦਾ ਹੈ। ਇਹ ਪਿਕਚਰਸ ਦੇਖ ਲਓ, ਫਰੀडम, ਇਹ ਦੇਖੋ ਨਾ ਕਿ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇਹ ਵਿਅਕਤੀ ਖੜਾ ਹੈ, 2 ਰੋਡਸ ਨੇ ਤੇ ਉਹਦੀ ਚੋਇਸ ਹੈ ਕਿ ਉਹ ਕੋਈ ਵੀ ਰੋਡ ਜਿਹੜੀ ਹੈ ਕੋਈ ਵੀ ਰਸਤਾ ਆਪਣਾ ਲੈ ਸਕਦਾ ਹੈ। ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਇਹਨਾਂ ਨੇ ਕਿਹਾ ਹੈ ਕਿ ਉਹਨੂੰ ਹਰ ਤਰ੍ਹਾਂ ਦੀ ਜਿਹੜੀ ਆਜ਼ਾਦੀ ਉਹ ਹੋਣੀ ਚਾਹੀਦੀ ਆ, ਮਤਲਬ ਬੋਲਣ ਦੀ, ਇਕੁਅਲ ਓਪਰਚੁਨਿਟੀਜ਼ ਦੀ, ਹਰ ਤਰ੍ਹਾਂ ਦੇ ਨਾਲ ਸੋਸ਼ਲ ਲਿਬਰਟੀ ਚਾਹੀਦੀ ਹੈ, ਰਿਲੀਜੀਅਸ ਲਿਬਰਟੀ ਚਾਹੀਦੀ ਹੈ, ਪੋਲੀਟੀਕਲ ਲਿਬਰਟੀ ਚਾਹੀਦੀ ਆ, ਇਕਨੋਮਿਕ ਲਿਬਰਟੀ ਚਾਹੀਦੀ ਹੈ। ਸੋ ਹਰ ਤਰ੍ਹਾਂ ਤੋਂ ਇਨਸਾਨ ਨੂੰ ਕੋਈ ਵੀ ਬੰਧਨ ਨਹੀਂ ਹੋਣਾ ਚਾਹੀਦਾ, ਮੁਕਤ ਹੋਣਾ ਚਾਹੀਦਾ। ਸੋ ਉਦਾਰਵਾਦ ਐਕਚੁਅਲੀ ਜਿਹੜਾ ਸਿਧਾਂਤ ਹੈ ਉਹ ਬੱਚੇ ਸੁਤੰਤਰਤਾ ਦਾ ਸਿਧਾਂਤ ਹੈ। ਹੁਣ ਅਸੀਂ ਅੱਗੇ ਵਧਦੇ ਹਾਂ। ਅੱਜ ਅਸੀਂ ਕਰ ਰਹੇ ਹਾਂ ਮੀਨਿੰਗ ਆਫ ਕਲਾਸੀਕਲ ਲਿਬਰਲਿਜ਼ਮ। ਪਰੰਪਰਾਵਾਦੀ ਉਦਾਰਵਾਦ ਦਾ ਕੀ ਅਰਥ ਹੈ? ਸਟੂਡੈਂਟਸ, ਪਰੰਪਰਾਵਾਦੀ ਉਦਾਰਵਾਦ ਜਿਹੜਾ ਹੈ ਇਹ ਵਿਅਕਤੀਗਤ ਦਾ ਹੀ ਪ੍ਰਗਟ ਰੂਪ ਹੈ। ਇਹ ਵਿਅਕਤੀ ਨੂੰ ਕੇਂਦਰ ਬਿੰਦੂ ਮੰਨਦਾ ਹੈ। ਇਹ ਕਹਿੰਦਾ ਹੈ ਕਿ ਜਿਹੜਾ ਵਿਅਕਤੀ ਹੈ ਉਹ ਪਰਮਾਤਮਾ ਦੀ ਜਿਉਂਦੀ ਜਾਗਤੀ ਮੂਰਤ ਹੈ ਤੇ ਉਹ ਬਹੁਤ ਇੰਪੋਰਟੈਂਟ ਹੈ। ਉਹਦੇ ਤੇ ਕੋਈ ਚੇਂਜ, ਕੋਈ ਬੰਦਿਸ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸੋ ਇਹਨਾਂ ਦਾ ਸਿਧਾਂਤ ਕੀ ਕਹਿੰਦਾ ਹੈ? ਵੱਧ ਤੋਂ ਵੱਧ ਮਨੁੱਖੀ ਸੁਤੰਤਰਤਾ ਤੇ ਸਮਾਨਤਾ ਦੇ ਹਾਮੀ ਹਨ। ਰਾਜ ਦੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਖੁੱਲ੍ਹੇ ਮੁਕਾਬਲੇ ਤੇ ਸੁਤੰਤਰ ਵਪਾਰ ਦੇ ਹਾਮੀ। ਸੋ ਸਾਡੇ ਪਰੰਪਰਾਵਾਦੀ ਉਦਾਰਵਾਦੀ ਜਿਹੜੇ ਹਨ ਉਹ ਕੀ ਕਹਿ ਰਹੇ ਹਨ? ਮੀਨਿੰਗ ਕੀ ਹੈ ਇਹਦਾ? ਕਿ ਇੱਕ ਤੋਂ ਵੱਧ ਸੁਤੰਤਰਤਾ ਤੇ ਸਮਾਨਤਾ ਦੇ ਹਾਮੀ ਆ। ਰਾਜ ਦੀ ਦਖਲਅੰਦਾਜ਼ੀ ਘੱਟ ਤੋਂ ਘੱਟ। ਇਹ ਪੁਆਇੰਟ ਤੁਸੀਂ ਆਪਣੇ ਬਿਠਾ ਲੈਣੇ ਆ ਕਿ ਬੇਸਿਕ ਉਹਨਾਂ ਦਾ ਮੀਨਿੰਗ ਕੀ, ਉਦਾਰਵਾਦ ਕਾਹਦੀ ਗੱਲ ਕਰਦਾ ਹੈ। ਖੁੱਲ੍ਹੇ ਮੁਕਾਬਲੇ ਤੇ ਸੁਤੰਤਰ ਵਪਾਰ ਦੇ ਹਾਮੀ, ਮਤਲਬ ਕੋਈ ਆਰਥਿਕ ਬੰਧਨ ਨਹੀਂ ਹੋਣੇ ਚਾਹੀਦੇ, ਆਰਥਿਕ ਤੌਰ ਤੇ ਵੀ ਸੁਤੰਤਰ ਹੋਣਾ ਚਾਹੀਦਾ, ਇਕੁਅਲ ਹੋਣਾ ਚਾਹੀਦਾ, ਪੂਰੀ ਫਰੀडम ਹੋਣੀ ਚਾਹੀਦੀ। ਸੋ ਮੇਨ ਐਮਫੈਸਿਸ, ਜ਼ਿਆਦਾ ਜ਼ੋਰ ਕਿੱਥੇ ਦਿੱਤਾ ਗਿਆ ਹੈ? ਇੰਡੀਵਿਜੂਅਲ ਫਰੀडम ਐਂਡ ਇਕੁਐਲਿਟੀ ਇਨ ਫੇਵਰ ਆਫ ਫ੍ਰੀ ਐਂਡ ਓਪਨ ਮਾਰਕੀਟ ਐਂਡ ਮਿਨੀਮਮ ਇੰਟਰਫੀਅਰੈਂਸ ਆਫ ਦਾ ਸਟੇਟ। ਸੋ ਇਹ ਸਟੂਡੈਂਟਸ, ਇਹ ਤੁਹਾਡਾ ਇਹਨਾਂ ਦਾ ਮੂਲ ਸਿਧਾਂਤ ਹੈ। ਇਹਦੇ ਬਾਰੇ ਗੱਲ ਕਰਦੇ ਕਿ ਮੁਕਤ ਕਰ ਦਿਓ ਇਨਸਾਨ ਨੂੰ। ਦੇਅਰ ਸ਼ੁੱਡ ਬੀ ਨੋ ਚੇਂਜ ਇਨਕਲੂਡਡ ਇਨ ਮੈਨਸ ਲਾਈਫ। ਹੀ ਸ਼ੁੱਡ ਬੀ ਫ੍ਰੀ ਇਨ ਐਵਰੀ ਸਫੀਅਰ ਆਫ ਲਾਈਫ। ਹੁਣ ਸਟੂਡੈਂਟਸ, ਅਸੀਂ ਇਹਦੇ ਸਪੋਰਟਰਸ ਨੂੰ ਡਿਸਕਸ ਕਰਦੇ ਹਾਂ। ਇਹ ਦੇਖੋ, ਇਕੁਐਲਿਟੀ ਦਾ ਸਿੰਬਲ ਦਿੱਤਾ ਹੋਇਆ ਹੈ, ਫਰੀडम। ਸੋ ਇਹ ਸੁਤੰਤਰਤਾ ਦੇ ਹਾਮੀ।
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਆ ਵੇਖੋ ਸਾਡੀ ਰਾਈਟ ਟੂ ਵੋਟਿੰਗ ਹੈ, ਰਿਪਰੈਜ਼ੈਂਟੇਸ਼ਨ ਹੈ, ਸਾਰਾ ਕੁਝ ਮਤਲਬ ਪਾਰਟਿਸਿਪੇਸ਼ਨ ਹੋਣੀ ਚਾਹੀਦੀ, ਸਾਡੀ ਚੋਇਸ ਹੋਣੀ ਚਾਹੀਦੀ ਹੈ। ਸੋ ਇੰਡੀਵਿਜੂਅਲ ਜਿਹੜਾ ਵਾ ਉਹਨੂੰ ਪੂਰੀਆਂ ਓਪਰਚੁਨਿਟੀਜ਼ ਪੂਰਾ ਫ੍ਰੀ ਹੋਣਾ ਚਾਹੀਦਾ ਹੈ। ਸੋ ਸਟੂਡੈਂਟਸ ਆਸ ਕਰਦੀ ਹਾਂ ਕਿ ਇੱਥੋਂ ਤੱਕ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਬੱਚਿਓ ਅੱਗੇ ਵਧਦੇ ਹਾਂ। ਅਸੀਂ ਇਹਦੇ ਸਪੋਰਟਰਸ ਲੈਂਦੇ ਹਾਂ ਬੱਚਿਓ। ਜੌਨ ਲੌਕ ਜੀ ਨੇ, ਜੌਨ ਲੌਕ ਨੇ ਕਿਹਾ ਕਿ ਨੋ ਇੰਟਰਫੀਅਰੈਂਸ ਆਫ ਦਾ ਸਟੇਟ ਐਂਡ ਪਰਸਨਲ ਪ੍ਰੋਪਰਟੀ ਐਂਡ ਰਾਈਟਸ ਆਰ ਨੈਚੁਰਲ। ਮਤਲਬ ਮਨੁੱਖ ਦੇ ਜਿਹੜੇ ਹੱਕ ਆ ਉਹ ਕੁਦਰਤੀ ਹਨ, ਰਾਜ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਤੇ ਪ੍ਰਾਪਰਟੀ ਉਹਦੀ ਪ੍ਰਾਈਵੇਟ ਹੋਣੀ ਚਾਹੀਦੀ। ਐਡਮ ਸਮਿਥ ਆਰਥਿਕ ਸੁਤੰਤਰਤਾ ਦੇ ਹਾਮੀ ਰਹੇ ਹਨ। ਰੂਸੋ ਜੀ ਨੇ ਕਿਹਾ ਹੈ ਕਿ ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ ਮੀਨਸ ਸੁਤੰਤਰਤਾ, ਸਮਾਨਤਾ ਤੇ ਭਾਈਚਾਰੇ ਦਾ ਸਿਧਾਂਤ ਇਹਨਾਂ ਦਿੱਤਾ। ਇਹਨਾਂ ਕਿਹਾ ਕਿ ਇੰਡੀਵਿਜੂਅਲ ਇਜ਼ ਬੋਰਨ ਫ੍ਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ। ਵਾਈ? ਉਹਨੂੰ ਗੁਲਾਮੀ 'ਚ ਕਿਉਂ ਰੱਖਿਆ ਗਿਆ? ਮੌਂਟੈਸਕਿਊ ਨੇ ਸੈਪਰੇਸ਼ਨ ਆਫ ਪਾਵਰਸ ਦਾ ਸਿਧਾਂਤ ਦਿੱਤਾ ਹੈ ਕਿ ਵਿਕੇਂਦਰੀਕਰਨ ਹੋਣਾ ਚਾਹੀਦਾ ਸ਼ਕਤੀਆਂ ਦਾ। ਬੈਂਥਮ ਜੀ ਨੇ ਕਿਹਾ ਹੈ ਕਿ ਰਾਜ ਦਾ ਕੰਮ ਹੈ ਕਿ ਵੱਧ ਤੋਂ ਵੱਧ ਗਿਣਤੀ ਨੂੰ ਵੱਧ ਤੋਂ ਵੱਧ ਖੁਸ਼ ਰੱਖੇ। ਗ੍ਰੇਟੈਸਟ ਹੈਪੀਨੈਸ ਆਫ ਦਾ ਗ੍ਰੇਟੈਸਟ ਨੰਬਰ। ਸੋ ਇਸੇ ਤਰ੍ਹਾਂ ਹਰਬਰਟ ਸਪੈਂਸਰ ਜਿਹੜੇ ਉਹ ਵੀ ਇੰਡੀਵਿਜੂਅਲ ਲਿਬਰਟੀ ਦੇ ਸਿਧਾਂਤ। ਇਹ ਸਾਰੇ ਪਰੰਪਰਾਵਾਦੀ ਉਦਾਰਵਾਦ ਦੇ ਸਮਰਥਕ ਹਨ। ਤੁਹਾਨੂੰ ਇਹਨਾਂ 'ਚੋਂ ਕੁਐਸਚਨ ਆ ਸਕਦਾ ਹੈ ਉਹਦੇ ਵਿੱਚ ਮਲਟੀਪਲ ਚੋਇਸ ਦੇ ਵਿੱਚ ਕਿ ਇਹਨਾਂ ਵਿੱਚੋਂ ਕਿਹੜੇ ਜਿਹੜੇ ਨੇ ਉਹ ਪਰੰਪਰਾਵਾਦੀ ਉਦਾਰਵਾਦ ਦੇ ਸਮਰਥਕ ਹਨ ਜਾਂ ਕਲਾਸੀਕਲ ਉਦਾਰਵਾਦ ਦੇ ਸਮਰਥਕ ਹਨ। ਦੂਜਾ ਆ ਸਕਦਾ ਹੈ ਕਿ ਕੁਝ ਸਕਾਲਰਸ ਦੇ ਵਿਦਵਾਨਾਂ ਦੇ ਨਾਮ ਲਿਖੋ ਜਿਹੜੇ ਕਿ ਪਰੰਪਰਾਵਾਦੀ ਉਦਾਰਵਾਦ ਨੂੰ ਸਪੋਰਟ ਕਰਦੇ ਹੋਣ। ਸੋ ਸਟੂਡੈਂਟਸ ਇਹ ਤੁਸੀਂ ਰੱਖ ਲੈਣੇ, ਯਾਦ ਰੱਖ ਲੈਣੇ। ਜੌਨ ਲੌਕ ਦੀ ਫੋਟੋ ਹੈ, ਪਿਕਚਰ ਹੈ, ਦੇਖ ਰਹੇ ਹੋ। ਇਹਨਾਂ ਨੂੰ ਫਾਊਂਡਰ ਆਫ ਦਾ ਲਿਬਰਲਿਜ਼ਮ ਕਿਹਾ ਜਾਂਦਾ ਹੈ, ਪਿਤਾਮਾ ਕਿਹਾ ਜਾਂਦਾ ਹੈ। ਐਡਮ ਸਮਿਥ ਬਹੁਤ ਫੇਮਸ ਅਰਥ ਸ਼ਾਸਤਰੀ ਹੋਏ ਹੈ ਜਿਨ੍ਹਾਂ ਨੇ ਕਿਹਾ ਕਿ ਮੁਕਤ ਕਰ ਦਿਓ, ਫ੍ਰੀ ਕਰ ਦਿਓ, ਖੁੱਲ੍ਹੇ ਵਪਾਰ ਦੀ ਸੁਤੰਤਰਤਾ ਦਿੱਤੀ। ਸਟੂਡੈਂਟਸ ਥੋੜ੍ਹਾ ਜਿਹਾ ਮੈਂ ਰੁਕ ਕੇ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਹਿਸਟਰੀ ਹੈ, ਜਿਹੜੀ ਪੋਲੀਟੀਕਲ ਸਾਇੰਸ ਹੈ, ਇਹਦੀਆਂ ਜਿਹੜੀਆਂ ਜੜ੍ਹਾਂ ਹਨ ਉਹ ਹਿਸਟਰੀ 'ਚ ਹਨ। ਸੋ ਇਹ ਸਿਧਾਂਤ ਉਦੋਂ ਆਇਆ ਜਦੋਂ ਰਾਜੇ ਬੜੇ ਨਿਰੰਕੁਸ਼ਵਾਦੀ ਸੀ, ਡਿਕਟੇਟਰਸ਼ਿਪ ਸੀ, ਸਾਰੀਆਂ ਪਾਵਰਸ ਉਹਨਾਂ ਦੇ ਕੋਲ ਸੀ ਤੇ ਉਹਨਾਂ ਨੇ ਇਨਸਾਨਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਕੋਈ ਸੁਤੰਤਰਤਾ ਨਹੀਂ ਸੀ ਦਿੱਤੀ ਹੋਈ। ਤੇ ਇਸ ਤਰ੍ਹਾਂ ਉਸ ਮਾਹੌਲ ਦੀ, ਉਸ ਸਿਚੁਏਸ਼ਨ ਦੀ ਉਪਜ ਆ ਇਹ ਲਿਬਰਲਿਜ਼ਮ ਕਿ ਜਦੋਂ ਉਹਨਾਂ ਨੇ ਕਿਹਾ ਕਿ ਇੰਨੀ ਗੁਲਾਮੀ, ਕੋਈ ਸੁਤੰਤਰਤਾ ਨਹੀਂ ਹੈ। ਉਦੋਂ ਪਹਿਲਾਂ ਅਮਰੀਕਾ ਆਜ਼ਾਦ ਹੋਇਆ, ਫਿਰ ਫਰਾਂਸ ਦੀ ਕ੍ਰਾਂਤੀ ਹੋਈ, ਫਰਾਂਸ ਆਜ਼ਾਦ ਹੋਇਆ। ਸੋ ਇਹ 17ਵੀਂ ਜਿਹੜੀ ਹੈਗੀ ਆ ਈਸਵੀ, ਉਹਦੇ ਵਿੱਚ ਇਹ ਸਾਰਾ ਕੁਝ ਇਹ ਕਿ ਇਨਸਾਨ ਨੂੰ ਵੱਧ ਤੋਂ ਵੱਧ ਜਿਹੜੀ ਫਰੀडम ਦਿੱਤੀ ਜਾਣੀ ਤੇ ਇਹ ਆਈਡੀਓਲੋਜੀ ਬੜੀ ਉਦੋਂ ਹਰਮਨ ਪਿਆਰੀ ਹੋਈ। ਹੁਣ ਸਟੂਡੈਂਟਸ ਅਸੀਂ ਇਹਦੇ ਮੇਨ ਪ੍ਰਿੰਸੀਪਲਸ ਵੱਲ ਵਧਦੇ ਹਾਂ। ਬੇਸਿਕ ਪ੍ਰਿੰਸੀਪਲਸ ਆਫ ਕਲਾਸੀਕਲ ਲਿਬਰਲਿਜ਼ਮ। ਇਸ ਦੇ ਸਿਧਾਂਤ ਕਿਹੜੇ ਹਨ, ਇਹ ਕੀ ਕਹਿੰਦਾ? ਸਭ ਤੋਂ ਪਹਿਲਾਂ ਇਹਨਾਂ ਕਿਹਾ ਆ ਕਿ ਫੇਥ ਇਨ ਹਿਊਮਨ ਲਿਬਰਟੀ, ਮਨੁੱਖੀ ਸੁਤੰਤਰਤਾ ਵਿੱਚ ਵਿਸ਼ਵਾਸ। ਉਹਨਾਂ ਕਿਹਾ ਕਿ ਜਿਹੜਾ ਮਨੁੱਖ ਹੈ ਉਹ ਬਿਲਕੁਲ ਆਜ਼ਾਦ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਉਹਨੂੰ ਜਿਉਣ ਦੀ ਸੁਤੰਤਰਤਾ ਹੋਣੀ ਚਾਹੀਦੀ, ਉਹ ਜੀਵੇਗਾ ਤੇ ਫਿਰ ਹੀ ਸੁਤੰਤਰਤਾ ਮਾਣੇਗਾ। ਦੈਨ ਫਰੀडम ਟੂ ਐਕਸਪ੍ਰੈਸ ਥਾਟਸ, ਉਹਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ ਆ, ਪੂਰਾ ਬੋਲ ਚਾਲ ਸਕਦਾ ਹੈ, ਜੋ ਵੀ ਉਹ ਕਹਿਣਾ ਚਾਹਵੇ ਉਹ ਕਹਿ ਸਕਦਾ ਹੈ। ਦੈਨ ਉਹਨਾਂ ਕਿਹਾ ਕਿ ਫਰੀडम ਟੂ ਪ੍ਰੈਸ ਦੀ ਆਜ਼ਾਦੀ, ਕੋਈ ਉਹਨੇ ਬਿਆਨ ਦੇਣੇ ਆ, ਕੋਈ ਉਹ ਆਲੋਚਨਾ ਕਰਨਾ ਚਾਹੁੰਦਾ ਜਾਂ ਕੁਝ ਕਹਿਣਾ ਚਾਹੁੰਦਾ ਹੈ ਤੇ ਉਹ ਫ੍ਰੀ ਹੋਣਾ ਚਾਹੀਦਾ, ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੋਣੀ ਚਾਹੀਦੀ। ਫਿਰ ਇਹਨਾਂ ਨੇ ਕਿਹਾ ਕਿ ਔਰਤ ਤੇ ਮਰਦ ਜਿਹੜੇ ਨੇ ਦੇ ਆਰ ਇਕੁਅਲ, ਉਹਨਾਂ ਦੇ ਰਾਈਟਸ ਇਕੁਅਲ ਆ। ਔਰ ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਈਵਨ ਜਿਹੜੀ ਮੈਰਿਜ ਹੈ ਉਹ ਵੀ ਇੱਕ ਸਮਝੌਤਾ ਹੈ ਤੇ ਇੱਛਾ ਦੇ ਨਾਲ ਛੱਡ ਵੀ ਸਕਦੇ ਹੋ। ਔਰ ਘਰ ਦੇ ਵਿੱਚ ਕੀ ਖਾਣਾ ਹੈ, ਕੀ ਪੀਣਾ ਹੈ, ਕਿਸ ਤਰ੍ਹਾਂ ਦਾ ਰਹਿਣਾ ਆ, ਜਾਂ ਸਮਾਜ ਵਿੱਚ ਇਹਦੇ ਤੇ ਜਿਹੜੀ ਸਟੇਟ ਹੈ ਉਹ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਸੋ ਸਭ ਤੋਂ ਪਹਿਲਾਂ ਇਹਨਾਂ ਦਾ ਸਿਧਾਂਤ ਬੱਚਿਓ ਤੁਸੀਂ ਯਾਦ ਰੱਖਣਾ, ਫੇਥ ਇਨ ਹਿਊਮਨ ਲਿਬਰਟੀ, ਕਿ ਇਨਸਾਨ ਜਿਹੜਾ ਉਹ ਬਿਲਕੁਲ ਫ੍ਰੀ ਹੋਣਾ ਚਾਹੀਦਾ, ਉਹਨੂੰ ਹਰ ਤਰ੍ਹਾਂ ਦੀ, ਉਹਨੂੰ ਰਿਲੀਜੀਅਸ ਫਰੀडम ਵੀ ਚਾਹੀਦੀ ਹੈ। ਉਹਦਾ ਜਿਹੜਾ ਧਰਮ ਹੈ ਨਿੱਜੀ ਮਾਮਲਾ ਹੈ, ਸਟੇਟ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਸੈਕਿੰਡ ਹੈ ਸੋਸ਼ਲ ਇਕੁਐਲਿਟੀ। ਉਹਨਾਂ ਕਿਹਾ
ਪਰੰਪਰਾਵਾਦੀ ਉਦਾਰਵਾਦੀ ਕਹਿੰਦੇ ਹਨ ਸਟੂਡੈਂਟਸ ਕਿ ਜਿਹੜਾ ਇਨਸਾਨ ਹੈ ਉਹ ਸਾਰੇ ਇਕੁਅਲ ਹੋਣੇ ਚਾਹੀਦੇ ਆ। देयर शुड बी नो डिस्क्रिमिनेशन ऑन द बेसिस ऑफ कास्ट, कलर, creed, race, equal opportunity before the law everywhere, all are treated equally, all are treated human। ਸਾਰੇ ਇਨਸਾਨ ਹਨ, ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦੇ ਵਿੱਚ ਜਿਹੜੀ ਏਕਤਾ ਆ, ਉਹਨਾਂ ਨੂੰ ਇਕੁਅਲ ਮੌਕੇ ਦੇਣੇ ਚਾਹੀਦੇ ਹਨ। ਸੋ ਇਹਨਾਂ ਦਾ ਦੂਜਾ ਸਿਧਾਂਤ ਹੈ ਸੋਸ਼ਲ ਇਕੁਐਲਿਟੀ। ਆਸ ਕਰਦੀ ਹਾਂ ਕਿ ਸਟੂਡੈਂਟਸ ਸਾਨੂੰ ਇੱਥੋਂ ਤੱਕ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਇਹਨਾਂ ਦਾ ਅਗਲਾ ਸਿਧਾਂਤ ਲੈਂਦੇ ਹਾਂ ਇਕਨੋਮਿਕ ਫਰੀडम, ਆਰਥਿਕ ਸੁਤੰਤਰਤਾ। ਕਲਾਸੀਕਲ ਉਦਾਰਵਾਦੀ ਜਿਹੜੇ ਆ ਉਹਨਾਂ ਨੇ ਐਕਸਪੋਰਟ ਕੀਤਾ ਹੈ ਕਿ ਮਨੁੱਖ ਜਿਹੜਾ ਹੈ ਉਹਨੂੰ ਆਰਥਿਕ ਸੁਤੰਤਰਤਾ ਵੀ ਹੋਣੀ ਚਾਹੀਦੀ ਹੈ। ਸਟੇਟ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਉਹ ਕੀ ਕੰਮ ਕਰਨਾ ਚਾਹੁੰਦਾ ਹੈ, ਕਿਹੜਾ ਵਪਾਰ ਕਰਨਾ ਚਾਹੁੰਦਾ ਹੈ, ਉਹਨੂੰ ਕੀ ਪਸੰਦ ਹੈ, ਕਿਹੜਾ ਕਾਰੋਬਾਰ ਕਰਨਾ ਚਾਹੁੰਦਾ, ਇਹਦੇ ਵਿੱਚ ਇਨਸਾਨ ਦੀ ਪੂਰੀ ਮਰਜ਼ੀ ਹੋਏਗੀ। ਰਾਜ ਉੱਤੇ ਕੋਈ ਰੋਕ ਨਹੀਂ ਲਾ ਸਕਦਾ, ਉਹਨੂੰ ਕੋਈ ਲਾਇਸੈਂਸ ਨਹੀਂ ਕਿਸੇ ਕੋਲ ਲੈਣਾ, ਕੋਈ ਸਰਕਾਰ ਦਾ ਇਹਦੇ ਤੇ ਬੱਚਿਓ ਨਿਯੰਤਰਣ ਨਹੀਂ ਹੋਏਗਾ। ਇਹ ਮੈਂ ਫਿਲਾਸਫੀ ਆਈਡੀਓਲੋਜੀ ਜਿਹੜੀ ਹੈ ਪਰੰਪਰਾਵਾਦੀ ਉਦਾਰਵਾਦੀ ਜਿਹੜੇ ਆ ਉਹ ਕਹਿੰਦੇ ਆ। ਇਸ ਟਾਈਮ ਤੇ ਅਸੀਂ ਜਿਹੜੇ ਸਿਧਾਂਤ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੇ ਕਿਹੜੀ ਆਈਡੀਓਲੋਜੀ ਫਿਕਸ ਕੀਤੀ, ਕਿਹੜੇ ਸਿਧਾਂਤ ਉਹਨਾਂ ਨੇ ਫਿਕਸ ਕੀਤੇ ਆ ਕਿ ਕੀ ਹੋਣਾ ਚਾਹੀਦਾ, ਕਿ ਅਰਥ ਵਿਵਸਥਾ ਕਿੰਜ ਦੀ ਹੋਣੀ ਚਾਹੀਦੀ ਆ, ਕਿ ਸਾਰੇ ਜਿਹੜੇ ਲੋਕ ਹਨ, ਮਨੁੱਖ ਹਨ, ਉਹ ਪੂਰੀ ਤਰ੍ਹਾਂ ਆਰਥਿਕ ਸੁਤੰਤਰਤਾ ਉਹਨਾਂ ਨੂੰ ਹੋਣੀ ਚਾਹੀਦੀ। ਉਹਨਾਂ ਦਾ ਖਿਆਲ ਸੀ ਕਿ ਜੇ ਇਹ ਆਰਥਿਕ ਸੁਤੰਤਰਤਾ ਦਿੱਤੀ ਜਾਏਗੀ ਤੇ ਲੋਕ ਜ਼ਿਆਦਾ ਮਿਹਨਤੀ ਹੋਣਗੇ, ਜ਼ਿਆਦਾ ਮਿਹਨਤ ਦੇ ਨਾਲ ਜ਼ਿਆਦਾ ਉਹ ਪ੍ਰੋਗਰੈਸ ਕਰਨਗੇ, ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤੇ ਦੇਸ਼ ਜਿਹੜਾ ਹੈ ਉਹ ਤਰੱਕੀ ਜ਼ਿਆਦਾ ਕਰੇਗਾ। ਇਸ ਤਰ੍ਹਾਂ ਉਹ ਇਹ ਯਾਦ ਰੱਖ ਲੈਣਾ ਕਿ ਉਹ ਆਰਥਿਕ ਸੁਤੰਤਰਤਾ ਦੇ ਹਾਮੀ ਸਨ। ਨੈਕਸਟ ਹੈ ਬੱਚਿਓ ਸਪੋਰਟਰਸ ਆਫ ਫ੍ਰੀ ਟ੍ਰੇਡ ਐਂਡ ਓਪਨ ਮਾਰਕੀਟ। ਸਭ ਤੋਂ ਪਹਿਲਾਂ ਉਹਨਾਂ ਆਰਥਿਕ ਸੁਤੰਤਰਤਾ ਕਹੀ ਤੇ ਫਿਰ ਉਹਨਾਂ ਕਿਹਾ ਕਿ ਸੁਤੰਤਰ ਵਪਾਰ ਦੇ ਹਾਮੀ। ਉਹਨਾਂ ਕਿਹਾ ਕਿ ਕੀ ਲਿਆਉਣਾ ਹੈ, ਮਨੁੱਖ ਨੇ ਮਾਰਕੀਟ 'ਚ ਕੀ ਲਿਆਉਣਾ ਹੈ, ਕੀ ਵੇਚਣਾ ਹੈ, ਕੀ ਖਰੀਦਣਾ ਹੈ, ਕਿੱਥੇ ਵਪਾਰ ਕਰਨਾ ਹੈ, ਸਰਕਾਰ ਦਾ ਇਸ ਤੇ ਕੋਈ ਕੰਟਰੋਲ ਨਹੀਂ। ਕਿਹੜੀ ਪਾਲਿਸੀ ਦਿੱਤੀ? ਇੱਥੇ ਕੌਣ ਨੇ ਹਮਦਰਦ ਇਹਨਾਂ ਦੇ? ਐਡਮ ਸਮਿਥ ਤੇ ਬੈਂਥਮ ਜੀ ਵੀ ਕਹਿ ਸਕਦੇ ਹੋ। ਐਡਮ ਸਮਿਥ ਨੇ ਕਿਹਾ ਕਿ ਮੁਕਤ ਕਰ ਦਿਓ, ਪਾਲਿਸੀ ਆਫ ਲੈਸਿਸ ਫੇਅਰ, ਇਨਸਾਨ ਨੂੰ ਆਰਥਿਕ ਤੌਰ ਤੇ ਫ੍ਰੀ ਕਰ ਦਿਓ। ਐਡਮ ਸਮਿਥ ਨੇ ਇਸ ਦੀ ਹਾਮੀ ਭਰੀ, ਬਹੁਤ ਉਹਨਾਂ ਨੇ ਇਹਨੂੰ ਸਪੋਰਟ ਕੀਤਾ ਕਿ ਇਨਸਾਨ ਕੋਈ ਵੀ ਵਪਾਰ ਕਰ ਸਕਦਾ, ਮੰਡੀਆਂ 'ਚ ਕਿਹੜਾ ਪ੍ਰੋਡਕਟ ਲਿਆ ਰਿਹਾ ਹੈ, ਉਹਨੂੰ ਵੇਚਣਾ ਚਾਹੁੰਦਾ ਹੈ, ਉਹ ਵੇਚ ਸਕਦਾ ਹੈ, ਉਹਦਾ ਰੇਟ ਕਿਸ ਤਰ੍ਹਾਂ ਫਿਕਸ ਕਰ ਸਕਦਾ। ਉਹਨਾਂ ਦਾ ਵਿਚਾਰ ਸੀ ਕਿ ਜੇ ਇਨਸਾਨ ਨੂੰ ਇਹ ਅਸੀਂ ਨਿੱਜੀ ਸੁਤੰਤਰਤਾ ਦੇਵਾਂਗੇ ਤੇ ਉਹ ਹੋਰ ਜ਼ਿਆਦਾ ਮਿਹਨਤ ਕਰਕੇ ਤੇ ਵਪਾਰ ਜਿਹੜਾ ਹੈ ਉਹਨੂੰ ਅੱਗੇ ਵਧਾਏਗਾ। ਸ਼ਾਇਦ ਇਹੀ ਕਾਰਨ ਹੈ ਕਿ ਉਦੋਂ ਕੈਪੀਟਲਿਜ਼ਮ ਜਿਹੜਾ ਸੀਗਾ, ਪੂੰਜੀਪਤੀ ਜਿਹੜੇ ਸੀ ਉਹ ਬਹੁਤ ਵੱਧ ਗਏ ਸੀ, ਜ਼ਿਆਦਾ ਪ੍ਰੋਫਿਟ ਦੇ ਨਾਲ, ਮਤਲਬ ਉਹਨਾਂ ਨੇ ਜ਼ਿਆਦਾ ਫੋਕਸ ਕੀਤਾ ਇਸ ਚੀਜ਼ ਨੂੰ ਤੇ ਉਹਦੇ ਨਾਲ ਤਰੱਕੀ ਵੀ ਹੋਈ ਦੇਸ਼ਾਂ ਦੀ। ਤੇ ਇਹਦਾ ਕਾਰਨ ਇਹ ਸੀ ਕਿ ਇਹਨਾਂ ਨੇ ਇਸ ਕਰਕੇ ਸੁਤੰਤਰ ਵਪਾਰ ਦੇ ਹਾਮੀ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ। ਐਡਮ ਸਮਿਥ ਜੀ ਜਿਹੜੇ ਆ ਉਹ ਆਰਥਿਕ ਸੁਤੰਤਰਤਾ ਦੇ ਹਾਮੀ ਆ। ਸੋ ਸਟੂਡੈਂਟਸ, ਹੋਪ ਕਿ ਤੁਹਾਨੂੰ ਇੱਥੋਂ ਤੱਕ ਇਹਨਾਂ ਦਾ ਚੌਥਾ ਸਿਧਾਂਤ ਸਮਝ ਆ ਗਿਆ। ਪੰਜਵਾਂ ਸਿਧਾਂਤ ਸਪੋਰਟਰਸ ਆਫ ਰਿਪਰੈਜ਼ੈਂਟੇਟਿਵ ਇੰਸਟੀਟਿਊਸ਼ਨਸ, ਪ੍ਰਤੀਨਿਧਾਤਮਕ ਸੰਸਥਾਵਾਂ ਦੇ ਹਾਮੀ। ਇਹ ਪਰੰਪਰਾਵਾਦੀ ਜਿਹੜੇ ਉਦਾਰਵਾਦੀ ਹਨ, ਕਲਾਸੀਕਲ ਉਦਾਰਵਾਦੀ ਸਪੋਰਟ ਕਰਦੇ ਹਨ ਕਿ ਇਨਸਾਨ ਨੂੰ ਲੋੜ ਹੈ ਉਹ ਹਿੱਤ ਸਮੂਹ, ਦਬਾਓ ਸਮੂਹ, ਕੋਈ ਵੀ ਪੋਲੀਟੀਕਲ ਪਾਰਟੀ ਬਣਾ ਸਕਦਾ ਹੈ, ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸੰਸਥਾਵਾਂ ਬਣਾ ਸਕਦਾ ਹੈ। ਸਰਕਾਰ ਦੀ ਇਸ ਤੇ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ, ਉਹ ਫ੍ਰੀ ਹੋਣਾ ਚਾਹੀਦਾ ਹੈ। ਜਦੋਂ ਵੀ ਉਹਨੂੰ ਕਿਸੇ ਸੰਸਥਾ ਨੂੰ ਡਿਵੈਲਪ ਕਰਨ ਦੀ, ਐਸਟੈਬਲਿਸ਼ ਕਰਨ ਦੀ ਲੋੜ ਹੈ, ਹੀ ਹੈਜ਼ ਦਾ ਰਾਈਟ ਟੂ ਐਸਟੈਬਲਿਸ਼ ਇੰਸਟੀਟਿਊਸ਼ਨਸ। ਸੋ ਇਹ ਉਹਨਾਂ ਨੇ ਬੜਾ ਅੱਛਾ ਸਿਧਾਂਤ ਦਿੱਤਾ ਆ ਕਿ ਉਹ ਆਪਣੀ ਡਿਵੈਲਪਮੈਂਟ ਵਾਸਤੇ ਹਿੱਤ ਸਮੂਹ ਜਾਂ ਹਿੱਤ ਗਰੁੱਪ ਜਾਂ ਕੋਈ ਪੋਲੀਟੀਕਲ ਪਾਰਟੀ ਬਣਾਉਣਾ ਚਾਹੁੰਦਾ ਹੈ, ਜਾਂ ਕੋਈ ਹੋਰ ਇੰਸਟੀਟਿਊਸ਼ਨ ਡਿਵੈਲਪ ਕਰਨਾ ਚਾਹੁੰਦਾ ਹੈ, ਜਾਂ ਕੋਈ ਆਪਣੇ ਨੁਮਾਇੰਦੇ ਚੁਣ ਕੇ ਆਪਣੇ ਕੁਝ ਬਣਾਉਣਾ ਚਾਹੁੰਦਾ ਹੈ, ਸੰਸਥਾਵਾਂ ਬਣਾਉਣਾ ਚਾਹੁੰਦਾ ਹੈ, ਸਵੈ ਸ਼ਾਸਨ ਕਰਨਾ ਚਾਹੁੰਦਾ ਹੈ, ਕੁਝ ਵੀ, ਹੀ ਇਜ਼ ਫ੍ਰੀ ਟੂ ਡੂ ਆਲ ਦੈਟ। ਸੋ ਇਸ ਤਰ੍ਹਾਂ ਇਹਨਾਂ ਨੇ
ਇਹਨੂੰ ਬੜਾ ਸਟਰੋਂਗਲੀ ਜਿਹੜਾ ਵਾ ਸਪੋਰਟ ਕੀਤਾ ਹੈ ਕਿ ਸਪੋਰਟਰਸ ਆਫ ਰਿਪਰੈਜ਼ੈਂਟੇਟਿਵ ਇੰਸਟੀਟਿਊਸ਼ਨਸ, ਜਿਹਦੇ ਵਿੱਚ ਉਹ ਆਪਣੇ ਨੁਮਾਇੰਦੇ ਚੁਣ ਕੇ ਤੇ ਕੋਈ ਵੀ ਸੰਸਥਾ ਜਿਹੜੀਆਂ ਸੰਸਥਾਵਾਂ ਜਿਹੜੀਆਂ ਹਨ ਉਹ ਐਸਟੈਬਲਿਸ਼ ਕਰ ਸਕਦਾ ਹੈ। ਨੈਕਸਟ ਹੈ ਫੇਥ ਇਨ ਡੀਸੈਂਟਰਲਾਈਜੇਸ਼ਨ, ਵਿਕੇਂਦਰੀਕਰਨ ਵਿੱਚ ਵਿਸ਼ਵਾਸ। ਵਿਕੇਂਦਰੀਕਰਨ ਕੀ ਹੁੰਦਾ ਹੈ? ਸ਼ਕਤੀਆਂ ਦੀ ਵੰਡ। ਔਰ ਇਹ ਕਿਹਨਾਂ ਨੇ ਦਿੱਤਾ ਸੀ ਸਿਧਾਂਤ? ਮੌਂਟੈਸਕਿਊ ਜੀ ਨੇ। ਮੌਂਟੈਸਕਿਊਜ਼ ਨੇ ਲੂਈਸ 14 ਜਦੋਂ ਦੇਖਿਆ ਕਿ ਬਹੁਤ ਸਖਤ ਰਾਜਾ ਹੈ, ਸਜ਼ਾ ਦੇਣ ਵਾਲਾ ਵੀ ਉਹ ਹੈ, ਕਾਨੂੰਨ ਦੇਣ ਵਾਲਾ, ਕਾਨੂੰਨ ਬਣਾਉਣ ਵਾਲਾ ਵੀ ਉਹ ਹੈ, ਫਿਊਡਲਿਜ਼ਮ ਹੈ, ਸਮੰਤਵਾਦ ਦਾ ਸਮਾਂ ਹੈ, ਗਰੀਬਾਂ ਦੀ ਲੁੱਟ ਖਸੁੱਟ, ਕੋਈ ਸੁਣਵਾਈ ਨਹੀਂ, ਇਨਸਾਨ ਦੀ ਸੁਤੰਤਰਤਾ ਨਹੀਂ ਹੈ, ਤੇ ਉਹਨਾਂ ਕਿਹਾ ਕਿ ਪਾਵਰਸ ਇੱਕ ਇਨਸਾਨ ਕੋ ਨਹੀਂ ਹੋਣੀਆਂ ਚਾਹੀਦੀਆਂ। ਸੋ ਇਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਸ਼ਕਤੀਆਂ ਦਾ ਵਿਕੇਂਦਰੀਕਰਨ ਦਿੱਤਾ, ਜਿਸ ਤਰ੍ਹਾਂ ਅੱਜ ਕੱਲ੍ਹ ਸਾਡੇ ਇੰਡੀਆ ਦੇ ਵਿੱਚ ਵਿਕੇਂਦਰੀਕਰਨ ਹੈ। ਪਹਿਲਾਂ ਪਿੰਡਾਂ ਵਿੱਚ ਪੰਚਾਇਤ ਹੈ, ਸਰਪੰਚ ਚੁਣਦੇ ਆ, ਪੰਚਾਇਤ ਬਣਦੀ ਹੈ, ਫਿਰ ਬਲਾਕ ਲੈਵਲ ਤੇ, ਫਿਰ ਜ਼ਿਲ੍ਹਾ ਪ੍ਰੀਸ਼ਦ, ਫਿਰ ਦੈਨ ਅਸੀਂ ਸਿਟੀ 'ਚ ਆ ਜਾਂਦੇ ਹਾਂ ਤੇ ਸਿਟੀ ਦੀ ਜਿਹੜੀ ਉਹ ਆਪਣੀ ਹੈ, ਜਿਹੜੇ ਮੈਟਰੋਪੋਲੀਟਨ ਸਿਟੀਜ਼ ਹੈ ਉਹਨਾਂ ਦੀ ਆਪਣੀ ਨਗਰ ਪਾਲਿਕਾ, ਨਗਰ ਨਿਗਮ ਵੱਡੇ ਸ਼ਹਿਰਾਂ ਦਾ। ਸੋ ਇਸ ਤਰ੍ਹਾਂ ਜਿਹੜਾ ਵਾ ਉਹ ਵਿਕੇਂਦਰੀਕਰਨ, ਇਹ ਜਿਹੜੇ ਇਹੋ ਜਿਹੇ ਸਿਧਾਂਤ ਹੈ, ਇਹਨਾਂ ਤੋਂ ਹੀ ਸਾਡੀਆਂ ਅੱਜ ਕੱਲ੍ਹ ਕੰਟਰੀਜ਼ ਦਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਜਿਹੜਾ ਵਾ ਉਹ ਹੋਇਆ ਹੈ। ਸੋ ਸ਼ਕਤੀਆਂ ਦੀ ਵੰਡ ਦਾ ਇਹ ਹਾਮੀ ਸਨ। ਨੈਕਸਟ ਹੈ ਫੇਥ ਇਨ ਪੋਲੀਟੀਕਲ ਫਰੀडम, ਰਾਜਨੀਤਿਕ ਸੁਤੰਤਰਤਾ ਵਿੱਚ ਵਿਸ਼ਵਾਸ। ਉਹਨਾਂ ਦਾ ਕਲਾਸੀਕਲ ਜਿਹੜੇ ਹੈਗੇ ਆ ਪਰੰਪਰਾਵਾਦੀ ਉਦਾਰਵਾਦੀ ਦੇ ਵਿਦਵਾਨ ਨੇ, ਸਕਾਲਰਸ ਨੇ, ਫਿਲਾਸਫਰਸ ਨੇ, ਉਹਨਾਂ ਨੇ ਕਿਹਾ ਹੈ ਕਿ ਮਨੁੱਖ ਜਿਹੜਾ ਵਾ ਉਹ ਰਾਜਨੀਤਿਕ ਤੌਰ ਤੇ ਵੀ ਬੱਚੇ ਸੁਤੰਤਰ ਹੋਣਾ ਚਾਹੀਦਾ ਹੈ। ਉਹਨੇ ਕਿਹਨੂੰ ਵੋਟ ਪਾਉਣੀ ਆ, ਕਿਉਂ ਪਾਉਣੀ ਆ, ਉਹ ਇਲੈਕਸ਼ਨ ਲੜਨਾ ਚਾਹੁੰਦਾ ਹੈ, ਪਾਰਟਿਸਿਪੇਟ ਕਰਨਾ ਚਾਹੁੰਦਾ ਹੈ, ਉਹ ਕਿਸੇ ਦੀ ਆਲੋਚਨਾ ਕਰਨਾ ਚਾਹੁੰਦਾ ਹੈ, ਕਿਸੇ ਨੂੰ ਸਹਿਮਤੀ ਦੇਣਾ ਚਾਹੁੰਦਾ ਹੈ ਜਾਂ ਅਸਹਿਮਤੀ ਦੇਣਾ ਚਾਹੁੰਦਾ, ਉਹ ਬਿਲਕੁਲ ਫ੍ਰੀ ਹੈ ਇਹਦੇ 'ਚ। ਉਹਨੂੰ ਇਹ ਹੱਕ ਹੈ, ਉਹਨੂੰ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਹੈ। ਸੋ ਇਸ ਤਰ੍ਹਾਂ ਪੋਲੀਟੀਕਲ ਆਜ਼ਾਦੀ ਦਾ ਮਤਲਬ ਕੀ ਹੈ? ਰਾਜਨੀਤਿਕ ਸੁਤੰਤਰਤਾ ਦਾ ਮਤਲਬ ਹੈ ਕਿ ਉਹਨੂੰ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਹੱਕ ਹੈ, ਆਪਣੀ ਮਰਜ਼ੀ ਦੇ ਨਾਲ ਆਪਣੇ ਰਿਪਰੈਜ਼ੈਂਟੇਟਿਵਸ ਚੁਣਨ ਦਾ ਹੱਕ ਹੈ, ਆਲੋਚਨਾ ਕਰਨ ਦਾ ਹੱਕ ਹੈ। ਸਰਕਾਰ ਇਹੋ ਜਿਹੀ ਜ਼ਿੰਮੇਵਾਰ ਹੋਵੇ ਕਿ ਜੇ ਉਹਦੀ ਮਰਜ਼ੀ ਦੇ ਖਿਲਾਫ ਹੈ ਤੇ ਉਹ ਉਹਨੂੰ ਵਾਪਸ ਵੀ ਬੁਲਾ ਸਕਦਾ, ਉਹਦੀ ਆਪਣੀ ਚੁਣੀ ਹੋਈ ਸਰਕਾਰ ਹੋਵੇ। ਔਰ ਮੋਸਟਲੀ ਤੁਸੀਂ ਦੇਖਦੇ ਹੋ ਕਿ ਹਰ ਦੇਸ਼ ਵਿੱਚ ਅੱਜ ਕੱਲ੍ਹ ਮੋਸਟਲੀ ਜਿਹੜੇ ਦੇਸ਼ ਹਨ ਜਿੱਥੇ ਡੈਮੋਕ੍ਰੈਟਿਕ ਸੈਟਅਪ ਹੈ ਉੱਥੇ ਇਲੈਕਸ਼ਨਸ ਹੁੰਦੀਆਂ ਹਨ ਤੇ ਹਰ ਵਾਰੀ ਪਾਰਟੀਆਂ ਚੇਂਜ ਹੁੰਦੀਆਂ ਰਹਿੰਦੀਆਂ ਹਨ। ਜਿਸ ਤਰ੍ਹਾਂ ਅਸੀਂ ਜੇ ਆਪਾਂ ਛੋਟੀ ਜਿਹੀ ਆਪਣੇ ਪੰਜਾਬ ਸਟੇਟ ਦਾ ਹੀ ਲੱਗੇ ਤਾਂ ਪਹਿਲਾਂ ਅਕਾਲੀ ਦਲ ਸੀ, ਹੁਣ ਕਾਂਗਰਸ ਗਵਰਨਮੈਂਟ ਹੈ, ਤੇ ਅਗਲੀ ਵਾਰੀ ਫਿਰ ਅਸੀਂ ਵੋਟਰਸ ਦਾ ਵਿਊ ਦੇਖਾਂਗੇ ਕਿ ਕਿਹੜੀ ਸਰਕਾਰ ਇੱਥੇ ਬਣਦੀ ਹੈ। ਸੋ ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਵੀ ਪੋਲੀਟੀਕਲ ਆਜ਼ਾਦੀ ਹੈ। ਮੈਂ ਸਿਰਫ ਤੁਹਾਨੂੰ ਸਮਝਾਉਣ ਲਈ ਐਗਜ਼ਾਮਪਲ ਦੇ ਰਹੀ ਹਾਂ ਕਿ ਪੋਲੀਟੀਕਲ ਫਰੀडम ਦਾ ਕੀ ਮਤਲਬ ਹੈ ਕਿ ਯੂ ਆਰ ਫ੍ਰੀ ਟੂ ਚੋਇਸ ਯੂਅਰ ਲੀਡਰਸ। ਤੁਸੀਂ ਜਿਹਨੂੰ ਵੋਟ ਪਾਉਣੀ ਹੈ ਤੁਹਾਡੀ ਆਪਣੀ ਮਰਜ਼ੀ ਹੈ, ਨੋ ਵਨ ਵਿਲ ਫੋਰਸ ਯੂ। ਇਹਦੇ 'ਚ ਆਪਾਂ ਨੂੰ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਉਹਨਾਂ ਨੂੰ ਅਡਲਟ ਫਰੈਂਚਾਈਜ਼ ਜਿਹੜਾ ਹੈ ਉਹਦਾ ਰਾਈਟ ਦਿੱਤਾ ਗਿਆ ਹੈ, ਬਹੁਤ ਜ਼ੋਰ ਦੇ ਕੇ ਕਿ ਤੁਹਾਨੂੰ ਵੋਟ ਪਾਉਣ ਦਾ ਹੱਕ ਹੈ, ਆਪਣੀ ਸਰਕਾਰ ਤੁਹਾਡੀ ਇੱਛਾ ਅਨੁਸਾਰ ਹੋਣੀ ਚਾਹੀਦੀ ਹੈ। ਨੈਕਸਟ ਬੱਚਿਓ, ਸਟੇਟ ਇਜ਼ ਅ ਮੀਨ ਐਂਡ ਇੰਡੀਵਿਜੂਅਲ ਐਨ ਐਂਡ। ਰਾਜ ਸਾਧਨ ਤੇ ਵਿਅਕਤੀ ਉਦੇਸ਼ ਹੈ। ਕਹਿੰਦੇ ਰਾਜ ਦਾ ਕੰਮ ਕੀ ਹੈ? ਵਿਅਕਤੀ ਨੂੰ ਡਿਵੈਲਪ ਕਰਨਾ, ਵਿਅਕਤੀ ਨੂੰ ਖੁਸ਼ ਦੇਖਣਾ। ਜਿਸ ਤਰ੍ਹਾਂ ਬੈਂਥਮ ਜੀ ਨੇ ਕਿਹਾ ਕਿ ਰਾਜ ਹੈ, ਉਹਨਾਂ ਦਾ ਸਿਧਾਂਤ ਹੈ ਗ੍ਰੇਟੈਸਟ ਹੈਪੀਨੈਸ ਆਫ ਦਾ ਗ੍ਰੇਟੈਸਟ ਮੈਨ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਖੁਸ਼ੀ, ਇਹ ਖੁਸ਼ੀ ਦਾ ਧਿਆਨ ਕਿੰਨੇ ਰੱਖਣਾ ਹੈ? ਰਾਜ ਨੇ। ਰਾਜ ਜਿਹੜਾ ਹੈ ਉਹ ਇਹਦਾ, ਉਹਨਾਂ ਕਿਹਾ ਕਿ ਨੌਕਰ ਬਣ ਕੇ ਕੰਮ ਕਰੇਗਾ, ਉਹ ਇਹਦਾ ਸੇਵਕ ਹੈ ਵਿਅਕਤੀ ਦਾ। ਸੋ ਰਾਜ ਕੀ ਹੈ? ਸਾਧਨ ਹੈ ਜਿਹਦੇ ਨਾਲ ਵਿਅਕਤੀ ਦੀ ਤਰੱਕੀ ਹੁੰਦੀ ਹੈ। ਸਟੂਡੈਂਟਸ ਇੱਥੇ ਕੁਐਸਚਨ ਤੁਹਾਨੂੰ ਆ ਸਕਦਾ ਹੈ ਕਿ ਪਰੰਪਰਾਵਾਦੀ ਉਦਾਰਵਾਦੀਆਂ ਅਨੁਸਾਰ ਰਾਜ ਦਾ ਸਥਾਨ ਕੀ ਹੈ? ਤੇ ਤੁਸੀਂ ਲਿਖ ਸਕਦੇ ਹੋ ਕਿ ਰਾਜ ਨੂੰ ਇੱਕ ਸਾਧਨ ਦੀ ਤਰ੍ਹਾਂ ਮੰਨਦੇ ਹਨ ਜਿੱਥੇ ਉਹ ਵਿਅਕਤੀ ਦੀ ਵੱਧ ਤੋਂ ਵੱਧ ਖੁਸ਼ੀ ਲਈ ਕੰਮ ਕਰੇਗਾ, ਉਹਦੇ ਲਈ ਕਲਿਆਣਕਾਰੀ ਹੋਏਗਾ, ਉਹਦੀ ਡਿਵੈਲਪਮੈਂਟ ਕਰੇਗਾ, ਉਹਦੇ ਲਈ ਜੋ ਚੰਗਾ ਹੋ ਸਕਦਾ ਇਹ ਰਾਜ ਦਾ ਕਾਰਨ ਹੋਏਗਾ। ਜਿੱਥੇ ਉਹਨੂੰ ਲੋੜ ਹੈ ਰਾਜ ਉਸ ਦੀ ਹੈਲਪ ਲਈ ਹੋਏਗਾ। ਸੋ ਇਹ ਹੈ ਇਹਨਾਂ ਦਾ 8th ਸਿਧਾਂਤ। ਦੈਨ 9th ਪ੍ਰਿੰਸੀਪਲ ਹੈ ਸਟੇਟ ਇਜ਼ ਐਨ ਆਰਟੀਫਿਸ਼ੀਅਲ ਇੰਸਟੀਟਿਊਸ਼ਨ। ਇਹ ਵੀ ਇਹਦੇ ਵਿੱਚ ਹੀ ਆ ਜਾਣਾ ਇਸੇ ਕੁਐਸਚਨ। ਰਾਜ ਬਨਾਵਟੀ ਸੰਸਥਾ ਹੈ।
ਇਹਨਾਂ ਨੇ ਬੜਾ ਸਪੋਰਟ ਕੀਤਾ। ਜਦੋਂ ਦੇਖੋ ਹਿਸਟਰੀ ਜਿਹੜੀ ਹੈ ਉਹ ਹੀ ਸਿਖਾਉਂਦੀ ਹੈ, ਉਹ ਹੀ ਆਈਡੀਓਲੋਜਿਸਟ ਫਿਲਾਸਫਰਸ ਪੈਦਾ ਕਰਦੀ ਹੈ, ਡੂੰਘੇ ਫਿਲਾਸਫਰ ਜਦੋਂ ਉਹ ਵੇਖਦੇ ਹਨ ਕਿ ਗਲਤ ਕੀ ਹੋ ਰਿਹਾ ਹੈ। ਸੋ ਉਹਨਾਂ ਕਿਹਾ ਕਿ ਰਾਜ ਜਿਹੜਾ ਹੈ ਇਹ ਤੇ ਬਨਾਵਟੀ ਇੰਸਟੀਟਿਊਸ਼ਨ ਹੈ, ਇਹ ਇਨਸਾਨ ਨੇ ਆਪਣੇ ਲਈ ਪੈਦਾ ਕੀਤੀ, ਆਪਣੇ ਸੁੱਖ ਲਈ ਪੈਦਾ ਕੀਤੀ, ਆਪਣੀ ਰਖਵਾਲੀ ਵਾਸਤੇ ਉਹਨੇ ਪੈਦਾ ਕੀਤੀ, ਉਹਨੂੰ ਇਹਦੀ ਲੋੜ ਪਈ। ਇਸ ਕਰਕੇ ਰਾਜ ਉਹਦੇ ਤੇ ਰਿਸਟ੍ਰਿਕਸ਼ਨਸ ਕਿਉਂ ਲਗਾਉਂਦਾ? ਉਹਨੂੰ ਕੋਈ ਰਿਸਟ੍ਰਿਕਸ਼ਨ ਲਾਉਣ ਦਾ ਹੱਕ ਨਹੀਂ ਹੈ, ਕਿਉਂਕਿ ਇਹ ਬਿਲਕੁਲ ਬਨਾਵਟੀ ਹੈ, ਇਹ ਇਨਸਾਨ ਨੇ ਆਪ ਬਣਾਈ ਹੈ, ਇਹ ਕੋਈ ਕਿਸੇ ਦੇਵੀ ਦੇਵਤੇ ਨੇ ਨਹੀਂ ਬਣਾਈ, ਇਹ ਕੋਈ ਨੈਚੁਰਲ ਨਹੀਂ ਹੈ, ਇਹ ਉਹਨੇ ਆਪਣੀਆਂ ਲੋੜਾਂ ਕਰਕੇ ਬਣਾਈ ਹੈ। ਸੋ ਇਸ ਕਰਕੇ ਰਾਜ ਦਾ ਸਥਾਨ ਜਿਹੜਾ ਹੈ ਪਰੰਪਰਾਵਾਦੀ ਉਦਾਰਵਾਦੀ ਕੀ ਫਿਕਸ ਕਰਦੇ ਹਨ ਕਿ ਰਾਜ ਇੱਕ ਬਨਾਵਟੀ ਸੰਸਥਾ ਹੈ ਤੇ ਰਾਜ ਇੱਕ ਸਾਧਨ ਹੈ ਤੇ ਵਿਅਕਤੀ ਉਦੇਸ਼ ਹੈ, ਵਿਅਕਤੀ ਦਾ ਕਲਿਆਣ ਕਰਨਾ ਇਹਦਾ ਉਦੇਸ਼ ਹੈ। ਸੋ ਰਾਜ ਬਨਾਵਟੀ ਸੰਸਥਾ ਮੀਨਸ ਰਾਜ ਲੋਕਾਂ ਨੇ ਆਪਣੇ ਫਾਇਦੇ ਵਾਸਤੇ ਬਣਾਇਆ ਹੈ, ਸਰਕਾਰ ਆਪਣੇ ਲਈ ਬਣਾਈ ਹੈ ਤੇ ਇਹ ਉਹਨਾਂ ਦੀ ਇੱਛਾ ਤੇ ਕੰਮ ਕਰੇਗੀ, ਜਦੋਂ ਮਰਜ਼ੀ ਉਹ ਜੇ ਚਾਹਣ ਤੇ ਉਹ ਇਹਨੂੰ ਬਦਲ ਸਕਦੇ ਹਨ। ਨੈਕਸਟ ਹੈ ਫੇਥ ਇਨ ਦਾ ਥਿਊਰੀ ਆਫ ਨੈਚੁਰਲ ਰਾਈਟਸ। ਇਹ ਵੀ ਸਿਧਾਂਤ ਤੁਸੀਂ ਦੇਖੋ ਹਿਸਟਰੀ ਚੋਂ ਹੀ ਨਿਕਲਿਆ, ਕਿਉਂਕਿ ਉਦੋਂ ਦੇ ਰਾਜਿਆਂ ਕੋਲ ਇੰਨੀਆਂ ਜ਼ਿਆਦਾ ਸ਼ਕਤੀਆਂ ਸੀ ਜਦੋਂ ਇਹ ਥਿਊਰੀ ਡਿਵੈਲਪ ਹੋ ਰਹੀ ਸੀ ਕਿ ਉਹਨਾਂ ਨੂੰ ਬਿਲਕੁਲ ਫਰੀडम ਨਹੀਂ ਸੀ ਦਿੱਤੀ ਜਾਂਦੀ, ਰਾਈਟਸ ਨਹੀਂ ਸੀ ਦਿੱਤੇ ਜਾਂਦੇ, ਇਕੁਐਲਿਟੀ ਦਾ ਰਾਈਟ ਨਹੀਂ ਸੀ, ਲਿਬਰਟੀ ਦਾ ਰਾਈਟ ਨਹੀਂ ਸੀ ਹੈਗਾ। ਤੇ ਇਹਨਾਂ ਨੇ ਕਿਹਾ ਕਿ ਉਹਦੇ ਜਿਹੜੇ ਅਧਿਕਾਰ ਹਨ ਕੁਦਰਤੀ ਹੈ। ਜਿਸ ਤਰ੍ਹਾਂ ਮੈਂ ਕਿਹਾ ਕਿ ਰੂਸੋ ਜੀ ਨੇ ਕੀ ਕਿਹਾ ਕਿ ਜਿਹੜੇ ਮੈਨ ਹੈ ਹੀ ਇਜ਼ ਬੋਰਨ ਫ੍ਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ। ਮੌਂਟੈਸਕਿਊ ਨੇ ਵੀ ਕੁਦਰਤੀ ਅਧਿਕਾਰਾਂ ਦਾ ਸਮਰਥਨ ਕੀਤਾ ਹੈ, ਔਰ ਸਭ ਤੋਂ ਜ਼ਿਆਦਾ ਜੌਨ ਲੌਕ ਜੀ ਨੇ ਕਿਹਾ ਹੈ ਕਿ ਮਨੁੱਖ ਦੇ ਅਧਿਕਾਰ ਕੁਦਰਤੀ ਹਨ। ਉਹ ਕਹਿੰਦੇ ਸਟੇਟ ਕੌਣ ਹੁੰਦੀ ਆ? ਵਿਅਕਤੀ ਨੂੰ ਜਿਹੜੇ ਅਧਿਕਾਰ ਆ ਉਹ ਦੇਣ ਵਾਲੀ। ਇਹ ਵਿਅਕਤੀ ਦਾ ਹੱਕ ਹੈ, ਉਹਨੂੰ ਜਿਉਣ ਦਾ ਹੱਕ ਹੈ, ਉਹਨੂੰ ਥਾਟਸ ਐਕਸਪ੍ਰੈਸ ਕਰਨ ਦਾ ਹੱਕ ਹੈ, ਉਹਦੀ ਰਿਲੀਜੀਅਸ ਫਰੀडम ਹੈ। ਈਵਨ ਉਦੋਂ ਰਿਲੀਜੀਅਸ ਫਰੀडम ਵੀ ਨਹੀਂ ਸੀ ਹੈਗੀ। ਈਵਨ ਸਟੂਡੈਂਟਸ, ਮੈਂ ਥੋੜਾ ਜਿਹਾ ਤੁਹਾਨੂੰ ਹਿਸਟਰੀ 'ਚ ਲੈ ਜਾ ਤੇ 1606 ਈਸਵੀ ਵਿੱਚ ਸਾਡੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਹਾਂਗੀਰ ਬਾਦਸ਼ਾਹ, ਉਦੋਂ ਦੇ ਇੰਡੀਆ ਦੇ ਬਾਦਸ਼ਾਹ ਨੇ। ਕਾਰਨ ਕੀ ਸੀ ਕਿ ਉਹਨਾਂ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕੀਤਾ ਤੇ ਇਹਦੇ ਵਿੱਚ ਵੀ ਇਹ ਸੀ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਾਰਨ ਇਹ ਸੀ ਕਿ ਉਹਨਾਂ ਨੂੰ ਸਾਨੂੰ ਰਿਲੀਜੀਅਸ ਫਰੀडम ਨਹੀਂ ਸੀਗੀ। ਸੋ ਇਸੇ ਤਰ੍ਹਾਂ ਉਹਨਾਂ ਦੇਸ਼ਾਂ ਵਿੱਚ ਵੀ ਇੰਝ ਹੀ ਸੀ ਕਿ ਰਾਜਿਆਂ ਕੋਲ ਤੇ ਚਰਚ ਕੋਲ, ਅਲੀਟ ਵਰਗ ਕੋਲ, ਅਮੀਰਾਂ ਕੋਲ ਇੰਨੀਆਂ ਸ਼ਕਤੀਆਂ ਸਨ ਕਿ ਉਹ ਦੂਜੇ ਜਿਹੜੀ ਵਰਕਿੰਗ ਕਲਾਸ ਹੈ ਤੇ ਜਿਹੜੇ ਗਰੀਬ ਵਰਕਰਸ ਲੇਬਰਰਸ ਹੈ ਉਹਨਾਂ ਨੂੰ ਕੋਈ ਆਜ਼ਾਦੀ ਨਹੀਂ ਸੀ। ਇਸ ਕਰਕੇ ਜੌਨ ਲੌਕ ਜੀ ਤੇ ਹੋਰ ਉਹਨਾਂ ਨੇ ਕਿਹਾ, ਹੋਰ ਜਿਹੜੇ ਸਪੋਰਟਰਸ ਹੈਗੇ ਨੇ, ਰੂਸੋ ਜੀ ਆ, ਮੌਂਟੈਸਕਿਊ ਆ, ਕਿ ਇਹ ਜਿਹੜੇ ਆ ਇਹ ਅਧਿਕਾਰ ਕੁਦਰਤੀ ਹਨ। ਸਟੇਟ ਕੌਣ ਹੁੰਦੀ ਹੈ ਕਿ ਸਟੇਟ ਕਿਉਂ ਰੋਕਾਂ ਲਗਾ ਰਹੀ ਸੀ। ਸੋ ਇਹ ਤੁਸੀਂ ਯਾਦ ਰੱਖਣੀ ਹੈ ਗੱਲ ਕਿ ਜਿਹੜੇ ਪਰੰਪਰਾਵਾਦੀ ਉਦਾਰਵਾਦੀ ਹਨ ਉਹ ਫੇਵਰ ਕਰਦੇ ਹਨ ਕੁਦਰਤੀ ਅਧਿਕਾਰਾਂ ਦੇ ਸਿਧਾਂਤ ਦੇ ਵਿੱਚ, ਉਹ ਵਿਸ਼ਵਾਸ ਕਰਦੇ ਹਨ। ਨੈਕਸਟ ਸਟੂਡੈਂਟਸ, ਲੋਕ ਪ੍ਰਭੂ ਸੱਤਾ ਦੇ ਸਮਰਥਕ। ਤੁਹਾਨੂੰ ਮੈਂ ਲਾਸਟ ਲੈਸਨ 'ਚ ਬਹੁਤ ਅੱਛੀ ਲੋਕ ਪ੍ਰਭੂ ਸੱਤਾ ਦੀ ਐਗਜ਼ਾਮਪਲ ਦਿੱਤੀ ਸੀ। ਆਪਾਂ ਇੰਡੀਆ ਦੀ ਲੈ ਲੈਂਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਸਰਕਾਰ ਜਿਹੜੀ ਹੈ ਲੋਕ ਬਣਾਉਂਦੇ ਹਨ, ਹਰ 5 ਸਾਲ ਬਾਅਦ ਇਲੈਕਸ਼ਨਸ ਤੁਸੀਂ ਦੇਖਦੇ ਹੋ, ਲੀਡਰਸ ਸਾਡੇ ਚੁਣੇ ਜਾਂਦੇ ਹਨ ਤੇ ਉਹ ਜ਼ਿੰਮੇਵਾਰ ਸਰਕਾਰ ਹੈ। ਸੋ ਸ਼ਕਤੀ ਜਿਹੜੀ ਹੈ, ਪ੍ਰਭੂ ਸੱਤਾ ਜਿਹੜੀ ਸ਼ਕਤੀ ਹੈ ਬਣਾਉਣ ਦੀ, ਉਹ ਲੋਕਾਂ ਦੇ ਹੱਕ ਵਿੱਚ ਹੈ। ਜੇ ਸਰਕਾਰ ਜ਼ਿੰਮੇਵਾਰ ਹੋ ਕੇ ਉਹਨਾਂ ਦੇ ਅਕੋਰਡਿੰਗਲੀ ਕੰਮ ਕਰਦੀ ਹੈ ਤਾਂ ਉਹ ਸਰਕਾਰ ਦੇ ਚਾਂਸਸ ਫੇਰ ਆ ਜਾਂਦੇ ਨੇ, ਅਗਲੀ ਵਾਰੀ ਫੇਰ ਆਏ। ਪਰ ਜਦੋਂ ਜ਼ਿੰਮੇਵਾਰ ਨਹੀਂ ਹੁੰਦੀ ਤੇ ਲੋਕ ਆਪਣੀ ਵੋਟਿੰਗ ਕਰਕੇ ਨੈਕਸਟ ਟਾਈਮ ਆਪਣਾ ਡਿਸੀਜਨ ਬਦਲ ਲੈਂਦੇ ਹਨ। ਸੋ ਸਟੂਡੈਂਟਸ, ਲੋਕ ਪ੍ਰਭੂ ਸੱਤਾ ਦੇ ਸਮਰਥਕ ਮੀਨਸ ਕਿ ਜਿਹਦੇ ਵਿੱਚ ਸਰਕਾਰਾਂ ਜਿਹੜੀਆਂ ਹਨ ਉਹ ਜ਼ਿੰਮੇਵਾਰ ਹਨ, ਕੋਈ ਨਵੀਆਂ ਪਾਲਿਸੀਜ਼ ਬਣਦੀਆਂ ਹਨ ਤੇ ਉਹਦੇ ਵਿੱਚ ਲੋਕਾਂ ਦੀ ਜਿਹੜੀ ਰਾਏ ਹੈ, ਇੱਛਾ ਹੈ, ਉਹ ਲਈ ਜਾਂਦੀ ਹੈ। ਕਿਉਂਕਿ ਪਰੰਪਰਾਵਾਦੀ ਉਦਾਰਵਾਦੀ ਮੰਨਦੇ ਹਨ ਕਿ ਜਿਹੜੀ ਸ਼ਕਤੀ ਹੈ ਸਟੇਟ ਉਹ ਲੋਕਾਂ ਕੋਲੋਂ ਲੈਂਦੀ ਹੈ, ਲੋਕ ਉਸ ਨੂੰ ਚੁਣ ਕੇ ਤੇ ਸਰਕਾਰ ਬਣਾਉਂਦੇ ਹਨ। ਸੋ ਜਿਹੜੀ ਮੇਨ ਪਾਵਰ ਹੈ ਉਹ ਪ੍ਰਭੂ ਸੱਤਾ ਜਿਹੜੀ ਹੈ ਉਹ ਲੋਕਾਂ ਕੋਲ ਹੋਣੀ ਚਾਹੀਦੀ ਹੈ। ਸੋ ਉਹਨਾਂ ਦਾ 11ਵਾਂ ਸਿਧਾਂਤ ਕੀ ਹੈ? ਲੋਕ ਪ੍ਰਭੂ ਸੱਤਾ ਦੇ ਸਮਰਥਕ। 12 ਹੈ ਫੇਥ ਇਨ ਡੈਮੋਕ੍ਰੈਟਿਕ ਮੀਨਸ, ਲੋਕਤੰਤਰੀ ਸਾਧਨਾ ਵਿੱਚ ਵਿਸ਼ਵਾਸ। ਸਟੂਡੈਂਟਸ ਉਹ ਕਹਿੰਦੇ ਹਨ ਕਿ ਜਿਹੜੇ ਕੋਈ ਵੀ ਆਪਾਂ ਚੇਂਜ ਲਿਆਉਣੀ ਹੈ ਤੇ ਉਹ ਹਿੰਸਾ ਨਹੀਂ ਕਰਨੀ, ਤੋੜ ਫੋੜ ਨਹੀਂ ਕਰਨੀ, ਹੜਤਾਲਾਂ ਨਹੀਂ ਕਰਨੀਆਂ, ਬਲਕਿ ਪੀਸਫੁਲ ਮੈਥਡਸ ਦੇ ਨਾਲ ਲੋਕਾਂ ਨੂੰ ਪਹਿਲਾਂ ਲਰਨ ਕਰਾਇਆ ਜਾਵੇ, ਉਹਨਾਂ ਨੂੰ ਜਾਗਰਿਤ ਕੀਤਾ ਜਾਵੇ
ਤੇ ਫਿਰ ਇਹ ਚੇਂਜਸ ਜਿਹੜੀਆਂ ਆਉਣੀਆਂ ਚਾਹੀਦੀਆਂ ਡੈਮੋਕ੍ਰੈਟਿਕ ਤਰੀਕਿਆਂ ਦੇ ਨਾਲ, ਸ਼ਾਂਤਮਈ ਤਰੀਕਿਆਂ ਦੇ ਨਾਲ। ਸੋ ਇਸ ਤਰ੍ਹਾਂ ਉਹਨਾਂ ਨੇ ਲੋਕਤੰਤਰੀ ਸਾਧਨਾ ਵਿੱਚ ਵੀ ਉਹ ਵਿਸ਼ਵਾਸ ਕਰਦੇ ਹਨ। 13th ਸਿਧਾਂਤ ਹੈ ਇਨ ਫੇਵਰ ਆਫ ਪਲੂਰਲਿਸਟਿਕ ਸੁਸਾਇਟੀ, ਬਹੁਵਾਦੀ ਸਮਾਜ ਵਿੱਚ ਵਿਸ਼ਵਾਸ। ਉਹ ਕਹਿੰਦੇ ਹਨ ਕਿ ਜਿਹੜੀ ਸਮਾਜ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ, ਸਮਾਜ ਵਿੱਚ ਅਲੱਗ-ਅਲੱਗ ਕਾਸਟ ਹੈ, ਰੂਪ, ਰੰਗ, ਜਾਤਾਂ, ਪਾਤਾਂ, ਧਰਮ, ਭਾਸ਼ਾਵਾਂ ਦੇ ਲੋਕ ਰਹਿੰਦੇ ਹਨ। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਲੋਕ ਫੋਰਨ ਕੰਟਰੀਜ਼ ਜਾਂਦੇ, ਤੁਸੀਂ ਅਮਰੀਕਾ, ਕੈਨੇਡਾ 'ਚ ਦੇਖਦੇ ਹੋ, ਤੇ ਇਮੀਗ੍ਰੈਂਟਸ ਜਿਹੜੇ ਉਹ ਅਲੱਗ-ਅਲੱਗ ਸਟੇਟਸ ਤੋਂ ਆਏ ਹੁੰਦੇ ਹਨ। ਸੋ ਇਸ ਤਰ੍ਹਾਂ ਸੁਸਾਇਟੀ ਜਿਹੜੀ ਆ ਇਹਦੇ ਬਹੁਤ ਰੂਪ ਹਨ, ਪਰ ਆਲ ਸ਼ੁੱਡ ਬੀ ਟ੍ਰੀਟਡ ਇਕੁਅਲ, ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟ ਕਰਨਾ ਚਾਹੀਦਾ ਹੈ। ਸਾਰੇ ਬਰਾਬਰ ਹਨ, ਸਾਰੇ ਉਸ ਪਰਮਾਤਮਾ ਦੇ ਬੱਚੇ ਹਨ। ਸੋ ਇਸ ਕਰਕੇ ਰੰਗ, ਰੂਪ, ਨਸਲ ਦੇ ਉੱਤੇ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ। ਕਾਨੂੰਨ ਦੇ ਸਾਹਮਣੇ ਇਕੁਐਲਿਟੀ ਚਾਹੀਦੀ ਆ। ਉਹਨਾਂ ਨੂੰ ਇਨਸਾਨ ਗਿਣਿਆ ਜਾਣਾ ਚਾਹੀਦਾ, ਉਹਨਾਂ ਨੂੰ, ਬਲਕਿ ਉਹਨਾਂ ਦੀਆਂ ਜਾਤਾਂ ਤੋਂ, ਪਾਤਾਂ ਤੋਂ ਜਾਂ ਧਰਮਾਂ ਤੋਂ ਉਹਨਾਂ ਨੂੰ ਰੈਕੋਗਨਾਈਜ਼ ਨਹੀਂ ਕਰਨਾ ਚਾਹੀਦਾ। ਸੋ ਮੇਨ ਸਲੋਗਨ ਇਜ਼ ਨੋ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ, ਕਲਰ, ਕ੍ਰੀਡ ਐਂਡ। ਉਹ ਸਮਾਜ 'ਚ ਮੰਨਦੇ ਹਨ ਕਿ ਜਿਹੜਾ ਸਾਡਾ ਸਮਾਜ ਹੈ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ, ਜਿਹੜੇ ਅਲੱਗ-ਅਲੱਗ ਆਈਡੀਓਲੋਜੀ ਵਾਲੇ, ਵਿਸ਼ਵਾਸਾਂ ਵਾਲੇ, ਧਰਮਾਂ ਵਾਲੇ ਲੋਕ ਜਿਹੜੇ ਹਨ ਉਹ ਰਹਿੰਦੇ ਹਨ। ਨੈਕਸਟ ਹੈ ਫੇਥ ਇਨ ਦਾ ਰੈਸ਼ਨੈਲਿਟੀ ਆਫ ਮੈਨ, ਮਨੁੱਖ ਦੀ ਤਰਕਸ਼ੀਲਤਾ ਵਿੱਚ ਵਿਸ਼ਵਾਸ। ਤਰਕਸ਼ੀਲਤਾ ਕੀ ਹੁੰਦੀ ਹੈ ਕਿ ਮਨੁੱਖ ਨੂੰ ਆਪਣੇ ਬੁਰੇ ਭਲੇ ਦਾ ਆਪੇ ਹੀ ਪਤਾ ਹੈ, ਉਹ ਬਹੁਤ ਸਮਝਦਾਰ ਹੈ। ਇਹ ਮੰਨਦੇ ਹਨ ਕਿ ਜਿਹੜਾ ਮਨੁੱਖ ਹੈ ਉਹ ਬਹੁਤ ਜ਼ਿਆਦਾ ਸਮਝਦਾਰ ਹੈ, ਉਹਨੂੰ ਕੋਈ ਬਹੁਤ ਜ਼ਿਆਦਾ ਦਖਲਅੰਦਾਜ਼ੀ ਦੀ ਲੋੜ ਨਹੀਂ ਹੈ। ਜੇ ਉਹਨੂੰ ਕਿਤੇ ਲੋੜ ਹੈ ਗਾਈਡੈਂਸ ਦੀ ਤੇ ਉਹ ਲੈ ਸਕਦਾ ਹੈ, ਅਦਰਵਾਈਜ਼ ਬਿਨਾਂ ਵਜ੍ਹਾ ਉਹਦੀ ਲਾਈਫ ਦੇ ਵਿੱਚ ਕੋਈ ਦਖਲਅੰਦਾਜ਼ੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਇਸ ਕਰਕੇ ਉਹਨਾਂ ਨੇ ਮਨੁੱਖ ਨੂੰ ਮੰਨਿਆ ਹੈ ਕਿ ਬੈਸਟ ਕ੍ਰੀਏਸ਼ਨ ਆਫ ਨੇਚਰ ਹੋਣ ਦਾ ਅਰਥ ਹੈ ਉਹ ਪੂਰੀ ਤਰ੍ਹਾਂ ਤਰਕਸ਼ੀਲ, ਸਮਝਦਾਰ, ਬੁੱਧੀਮਾਨ ਹੈ ਤੇ ਉਹਦੇ ਲਾਈਫ ਦੇ ਵਿੱਚ ਕੋਈ ਦਖਲਅੰਦਾਜ਼ੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਐਂਡ ਦਾ 15th ਇਜ਼ ਅਸਹਿਮਤੀ ਪ੍ਰਤੀ ਸਹਿਨਸ਼ੀਲਤਾ। ਉਹਨਾਂ ਕਿਹਾ ਕਿ ਉਹਨਾਂ ਪਹਿਲਾਂ ਹੀ ਕਹਿਤਾ ਕਿ ਬਹੁਲਵਾਦੀ ਸਮਾਜ ਹੈ। ਹੁਣ ਦੇਖੋ ਮੈਜੋਰਿਟੀ ਰੂਲ ਹੁੰਦਾ ਹੈ, ਪਰ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਾਰੇ ਸਹਿਮਤ ਨਹੀਂ ਹੁੰਦੇ, ਕੁਝ ਅਸਹਿਮਤ ਵੀ ਹੁੰਦੇ ਹਨ। ਸੋ ਉਹਨਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਸੁਣੋ, ਜੇ ਉਹਦੀ ਕਿਤੇ ਸਹਿਮਤੀ ਨਹੀਂ ਹੈ ਤੇ ਉਹ ਅਸਹਿਮਤ ਹੈ ਤੇ ਉਹਦੇ ਵੀ ਵਿਚਾਰ ਜਿਹੜੇ ਆ ਉਹਨੂੰ ਵੈਲਕਮ ਕਰਨਾ ਚਾਹੀਦਾ ਹੈ। ਇਹ ਉਹਦੇ ਆਪਣੇ ਵਿਚਾਰ ਹੈ, ਨਿੱਜੀ ਵਿਚਾਰ, ਉਹਨਾਂ ਨੂੰ ਸੁਣਨਾ ਚਾਹੀਦਾ ਉਹਨਾਂ ਨੂੰ। ਸੋ ਇੱਥੇ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੇ ਕਿਹਾ ਹੈ ਕਿ ਆਪਣੇ ਜਿਹੜੇ ਥਾਟਸ ਹੈ ਉਹਨਾਂ ਨੂੰ ਐਕਸਪ੍ਰੈਸ ਕਰਨ ਦੀ ਤੁਹਾਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਉਹ ਥਾਟਸ ਚਾਹੇ ਸਾਰਿਆਂ ਨਾਲ ਮਿਲਦੇ ਹੋਣ ਜਾਂ ਨਾ ਮਿਲਦੇ ਹੋਣ। ਸੋ ਅਸਹਿਮਤੀ ਦਾ ਜਿਹੜਾ ਸਤਿਕਾਰ ਹੈ ਉਹ ਕੀਤਾ ਜਾਣਾ ਚਾਹੀਦਾ। ਸੋ ਸਟੂਡੈਂਟਸ, ਅੱਜ ਅਸੀਂ ਕੀਤਾ, ਸਭ ਤੋਂ ਪਹਿਲਾਂ ਅਸੀਂ ਮੀਨਿੰਗ ਕੀਤਾ ਕਿ ਉਦਾਰਵਾਦ ਕੀ ਹੈ। ਲੈਟਿਨ ਵਰਡ ਤੋਂ ਇਹ ਸ਼ੁਰੂ ਲਿਬਰਲਿਸਟ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਸੁਤੰਤਰ ਵਿਅਕਤੀ, ਜਿਸ 'ਚ ਕਿ ਇਨਸਾਨ ਦੀ ਆਜ਼ਾਦੀ ਨੂੰ ਪੂਰੀ ਤਰ੍ਹਾਂ ਇਕੁਐਲਿਟੀ ਤੇ ਫਰੀडम ਨੂੰ ਫੋਕਸ ਕੀਤਾ ਗਿਆ ਹੈ। ਫਿਰ ਉਸ ਤੋਂ ਬਾਅਦ ਅਸੀਂ ਵਧੇ ਕਿ ਪਰੰਪਰਾਵਾਦੀ ਉਦਾਰਵਾਦ ਕੀ ਹੈ, ਜਿਹਦੇ ਵਿੱਚ ਸੁਤੰਤਰਤਾ ਤੇ ਸਮਾਨਤਾ ਤੇ ਜ਼ੋਰ ਦਿੱਤਾ ਗਿਆ ਹੈ, ਹਰ ਤਰ੍ਹਾਂ ਦੀ ਫਰੀडम ਦਿੱਤੀ ਗਈ ਹੈ, ਖੁੱਲ੍ਹਾ ਵਪਾਰ ਤੇ ਰਾਜ ਦਾ ਜਿਹੜਾ ਹੈਗੀ ਹੈ ਦਖਲਅੰਦਾਜ਼ੀ ਘੱਟ ਤੋਂ ਘੱਟ। ਫਿਰ ਅਸੀਂ ਸਪੋਰਟਰਸ ਕੀਤੇ, ਜੌਨ ਲੌਕ ਕੀਤੇ, ਬੈਂਥਮ, ਰੂਸੋ ਜੀ, ਦੈਨ ਐਡਮ ਸਮਿਥ, ਦੈਨ ਹਰਬਰਟ ਸਪੈਂਸਰ, ਮੌਂਟੈਸਕਿਊ। ਸੋ ਇਹਨਾਂ ਨੇ ਇਸ ਉਦਾਰਵਾਦ ਨੂੰ ਸਪੋਰਟ ਕੀਤਾ। ਫਿਰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸਿਧਾਂਤ, 15 ਸਿਧਾਂਤ ਕੀਤੇ ਨੇ ਸਟੂਡੈਂਟਸ। ਬੜਾ ਹੀ ਸਿੰਪਲ ਚੈਪਟਰ ਹੈ। ਸੋ ਸਟੂਡੈਂਟਸ ਇਹ 'ਚੋਂ ਕੁਐਸਚਨ ਬਣ ਸਕਦੇ, ਜਿਸ ਤਰ੍ਹਾਂ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਰਾਜ ਦਾ, ਪਰੰਪਰਾਵਾਦੀ ਉਦਾਰਵਾਦ ਦੇ ਅਨੁਸਾਰ ਰਾਜ ਦਾ ਸਥਾਨ ਕੀ ਹੈ। ਵਟ ਇਜ਼ ਦਾ ਪੋਜੀਸ਼ਨ ਆਫ ਸਟੇਟ ਅਕੋਰਡਿੰਗ ਟੂ ਦਾ ਕਲਾਸੀਕਲ ਲਿਬਰਲਿਜ਼ਮ। ਜਾਂ ਪਰੰਪਰਾਵਾਦੀਆਂ ਦੇ ਕੀ ਵਿਚਾਰ ਹਨ ਕੁਦਰਤੀ ਅਧਿਕਾਰਾਂ ਬਾਰੇ, ਜਾਂ ਉਹਨਾਂ ਨੇ ਖੁੱਲ੍ਹੇ ਵਪਾਰ ਦੀ ਸੁਤੰਤਰਤਾ ਜਿਹੜੀ ਹੈ ਜਾਂ ਆਰਥਿਕ ਸੁਤੰਤਰਤਾ ਜਿਹੜੀ ਹੈ, ਇਸ ਦੀ ਵਿਚਾਰ ਚਰਚਾ ਕਰੋ। ਸੋ ਸਟੂਡੈਂਟਸ, ਅਸੀਂ ਇਹਨਾਂ ਦਾ ਜਿਹੜਾ ਸਾਰੇ ਸਿਧਾਂਤ ਹਨ ਕਿ ਜਿਹੜੇ ਉਸ ਟਾਈਮ ਤੇ ਹਿਸਟਰੀ ਜਿਹੜੀ ਹੈ ਉਹਦੇ ਵਿੱਚੋਂ ਹੀ ਰਾਜਨੀਤੀ ਨਿਕਲਦੀ ਹੈ। ਸੋ ਇਹ ਉਹ ਸਮਾਂ ਸੀ ਜਦੋਂ ਰਾਜਿਆਂ ਦੀਆਂ ਸ਼ਕਤੀਆਂ ਬਹੁਤ ਵਧੀਆ ਸੀਗੀਆਂ, ਮਨੁੱਖ ਨੂੰ ਗੁਲਾਮ ਬਣਾਇਆ ਹੋਇਆ ਸੀ, ਤੇ ਉਸ ਟਾਈਮ ਤੇ ਇਹ ਡੂੰਘੇ ਵਿਚਾਰਾਂ ਵਾਲੇ ਆਈਡੀਓਲੋਜਿਸਟ ਆਏ, ਜਿਨ੍ਹਾਂ ਨੇ ਇਹ ਵੇਖਿਆ, ਫਿਲਾਸਫਰ ਆਏ, ਸਕਾਲਰਸ ਆਏ, ਤੇ ਉਹਨਾਂ ਕਿਹਾ ਕਿ ਇਨਸਾਨ ਆਜ਼ਾਦ ਹੋਣਾ ਚਾਹੀਦਾ ਹੈ, ਉਹਨੂੰ ਮੁਕਤ ਕਰ ਦਿਓ, ਉੱਤੇ ਕੋਈ ਆਰਥਿਕ ਬੰਧਨ ਨਹੀਂ ਚਾਹੀਦਾ, ਉਹਨੂੰ ਪੂਰੀ ਫਰੀडम ਚਾਹੀਦੀ ਹੈ,
ਰਾਜ ਜਿਹੜਾ ਵਾ ਉਹ ਕਿਉਂ ਰੋਕਾਂ ਲਾਉਂਦਾ ਹੈ ਮਨੁੱਖ ਦੇ ਉੱਤੇ, ਇਹ ਰੋਕਾਂ ਬਿਲਕੁਲ ਨਹੀਂ ਲੱਗਣੀਆਂ ਚਾਹੀਦੀਆਂ। ਸੋ ਇਸ ਤਰ੍ਹਾਂ ਉਹਨਾਂ ਨੇ ਇਹ ਜਿਹੜੇ ਸਾਨੂੰ 15 ਸਿਧਾਂਤ ਜਿਹੜੇ ਹਨ ਇਹ ਉਹਨਾਂ ਨੇ ਦਿੱਤੇ ਆ। ਆਸ ਕਰਦੀ ਹਾਂ ਸਟੂਡੈਂਟਸ ਕਿ ਤੁਹਾਨੂੰ ਸਮਝ ਆਇਆ ਹੋਵੇਗਾ। ਥੈਂਕ ਯੂ ਵੈਰੀ ਮੱਚ ਸਟੂਡੈਂਟਸ। ਇਹਦੇ ਨਾਲ ਤੁਹਾਡਾ ਜਿਹੜਾ ਕਲਾਸੀਕਲ ਉਦਾਰਵਾਦ ਹੈ ਉਹ ਅੱਜ ਅਸੀਂ ਕੰਪਲੀਟ ਕਰ ਲਿਆ। ਥੈਂਕ ਯੂ ਵੈਰੀ ਮੱਚ। ਹੈਵ ਏ ਨਾਈਸ ਡੇ।